ਜੀ ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ। ਪਿਆਰੇ ਬੱਚਿਓ, ਅੱਜ ਅਸੀਂ 6ਵੀਂ ਜਮਾਤ ਦਾ ਪਾਠ ਨੰਬਰ 9 ਜਿਸ ਦਾ ਨਾਮ ਹੈ ਥਾਲ। ਥਾਲ ਬੇਟਾ ਇੱਕ ਪੁਰਾਤਨ ਲੋਕ ਖੇਡ ਹੈ ਜਿਹੜੀ ਹੁਣ ਵਿਰਾਸਤ ਵਿਰਸੇ ਤੋਂ ਕਿਤੇ ਨਾ ਕਿਤੇ ਸਾਨੂੰ ਅਵੇਸਲੀ ਹੋਈ, ਲੁਕੀ ਹੋਈ ਜਾਂ ਦੂਰ ਜਾਂਦੀ ਹੋਈ ਪ੍ਰਤੀਤ ਹੁੰਦੀ ਹੈ। ਸੋ ਪੰਜਾਬੀ ਸਾਹਿਤ ਰੂਪ ਲੇਖ ਦੇ ਵਿੱਚ ਇਸ ਥਾਲ ਖੇਡ ਬਾਰੇ ਜੋ ਜਾਣਕਾਰੀ ਹੈ ਤੁਹਾਡੇ ਨਾਲ, ਇਹ ਲੇਖਕ ਸ਼੍ਰੀ ਸੁਖਦੇਵ ਮਾਦਪੁਰੀ ਜੀ ਹੋਰਾਂ ਦਾ ਲਿਖਿਆ ਹੋਇਆ ਲੇਖ ਹੈ। ਆਓ ਬੇਟਾ ਇਸ ਲੇਖ ਬਾਰੇ ਡਿਟੇਲ ਦੇ ਵਿੱਚ ਜੋ ਤੁਹਾਨੂੰ ਪ੍ਰਸ਼ਨ ਉੱਤਰ ਦਿੱਤੇ ਗਏ ਹਨ ਪਾਠ ਪੁਸਤਕ ਅਨੁਸਾਰ ਉਸ ਨੂੰ ਪੜ੍ਹਦੇ ਹਾਂ। ਪ੍ਰਸ਼ਨ ਨੰਬਰ ਊੜਾ, ਥਾਲ ਕਿਸ ਉਮਰ ਦੀਆਂ ਕੁੜੀਆਂ ਦੀ ਖੇਡ ਹੈ? ਉੱਤਰ ਹੈ ਥਾਲ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ 'ਤੇ ਖੜੀਆਂ ਮੁਟਿਆਰ ਕੁੜੀਆਂ ਦੀ ਖੇਡ ਹੈ। ਕਹਿਣ ਤੋਂ ਭਾਵ ਬੇਟਾ 10-11 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ, ਕੁੜੀਆਂ ਨੇ, ਇਹ ਥਾਲ ਖੇਡ ਉਹਨਾਂ ਲੜਕੀਆਂ ਨਾਲ ਸੰਬੰਧ ਰੱਖਦੀ ਹੈ। ਪ੍ਰਸ਼ਨ ਨੰਬਰ ਐੜਾ, ਥਾਲ ਪਾਉਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਖੇਡ ਕਿਵੇਂ ਖੇਡੀ ਜਾਂਦੀ ਹੈ? ਉੱਤਰ ਹੈ ਥਾਲ ਪਾਉਣ ਲਈ ਲੀਰਾਂ ਦੀ 7 ਤਹਿਆਂ ਨਾਲ ਬਣੀ ਗੇਂਦ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਕੁੜੀ ਗੇਂਦ ਨੂੰ ਹਵਾ ਵਿੱਚ ਉਛਾਲਦੀ ਹੋਈ ਨਾਲ ਥਾਲ ਦੇ ਬੋਲ ਬੋਲਦੀ ਹੈ। ਇਸ ਤਰ੍ਹਾਂ ਬੇਟਾ ਜਿਹੜੀ ਇਹ ਪੰਜਾਬੀ ਖੇਡ ਖੇਡੀ ਜਾਂਦੀ ਹੈ। 7 ਤਹਿਆਂ ਵਾਲੀ ਇੱਕ ਬੇਟਾ ਲੀਰਾਂ ਦੀ ਗੇਂਦ ਬਣਾਈ ਜਾਂਦੀ ਹੈ ਅਤੇ ਉਸ ਨੂੰ ਧਾਗਿਆਂ ਦੇ ਨਾਲ ਮੜ੍ਹਿਆ ਜਾਂਦਾ ਅਤੇ ਜਿਹੜੀਆਂ ਲੜਕੀਆਂ ਬੇਟਾ ਇਕੱਠੀਆਂ ਹੋ ਕੇ ਇਹ ਖੇਡ ਖੇਡਦੀਆਂ ਨੇ, 2 ਤੋਂ 3 ਲਾ ਲਓ, 4 ਵੀ, ਅਤੇ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ ਲੜਕੀਆਂ ਦੀ। ਫਿਰ ਉਹਨਾਂ ਦੇ ਵਿੱਚੋਂ ਇੱਕ ਕੁੜੀ ਹੈ ਜਿਹੜੀ ਉਹ ਉਸ ਗੇਂਦ ਨੂੰ ਹਵਾ ਵਿੱਚ ਉਛਾਲਦੀ ਹੈ ਅਤੇ ਦੂਸਰੀ ਕੁੜੀ ਉਹਨੂੰ ਆਪਣੇ ਹੱਥ ਉੱਪਰ ਫੜ ਕੇ ਫਿਰ ਉਹਨੂੰ ਹੱਥ ਦੇ ਉੱਪਰ ਭੜਕਾਉਂਦੀ ਹੈ, ਕਦੇ ਸੱਜੇ 'ਤੇ ਕਦੇ ਖੱਬੇ 'ਤੇ, ਅਤੇ ਨਾਲੋਂ ਨਾਲ ਜਿਹੜਾ ਥਾਲ ਪਾਉਂਦੀ ਹੈ ਅਤੇ ਦੂਸਰੀਆਂ ਲੜਕੀਆਂ ਬੜੀ ਉਤਸੁਕਤਾ ਨਾਲ ਉਸ ਵੱਲ ਦੇਖਦੀਆਂ ਹਨ ਅਤੇ ਉਹ ਕਿੰਨੀ ਵਾਰ ਆਪਣੀ ਹਥੇਲੀ ਦੇ ਉੱਪਰ ਜਿਹੜੀ ਗੇਂਦ ਨੂੰ ਭੜਕਾਉਂਦੀ ਹੈ ਉਸ ਦੀ ਗਿਣਤੀ ਕਰਦੀਆਂ ਹਨ। ਅਤੇ ਜਦੋਂ ਉਹਦਾ ਹੱਥ ਥੱਕ ਜਾਂਦਾ ਤਾਂ ਉਹ ਉਸ ਗੇਂਦ ਨੂੰ ਬਦਲਾ ਕੇ ਦੂਸਰੇ ਹੱਥ ਵਿੱਚ ਭੜਕਾਉਣਾ ਸ਼ੁਰੂ ਕਰ ਦਿੰਦੀ ਹੈ ਅਤੇ ਜਦੋਂ ਇਹ ਗੇਂਦ ਨੀਚੇ ਡਿੱਗ ਜਾਂਦੀ ਹੈ ਤਾਂ ਥਾਲ ਖੇਡ ਹੈ ਜਿਹੜੀ ਉੱਥੇ ਉਸ ਜੋ ਖਿਡਾਰੀ ਉਹਨੂੰ ਖੇਡ ਰਿਹਾ ਉਸ ਨੂੰ ਆਊਟ ਸਮਝਿਆ ਜਾਂਦਾ ਹੈ। ਸੋ ਆਓ ਅਗਲਾ ਪ੍ਰਸ਼ਨ ਪੜ੍ਹਦੇ ਹਾਂ। ਇਸ ਖੇਡ ਵਿੱਚ ਕੁੜੀਆਂ ਦੀ ਕਿੰਨੀ ਗਿਣਤੀ ਹੁੰਦੀ ਹੈ? ਹੁਣ ਜਿਹੜੀ ਬੇਟਾ ਅਸੀਂ ਹੁਣੇ ਗੱਲ ਕੀਤੀ ਆ, ਇਸ ਖੇਡ ਵਿੱਚ ਕੁੜੀਆਂ ਦੀ ਕੋਈ ਨਿਸ਼ਚਿਤ ਗਿਣਤੀ ਨਹੀਂ ਹੁੰਦੀ। ਆਮ ਤੌਰ 'ਤੇ ਇੱਕ ਤੋਂ ਵੱਧ ਕੁੜੀਆਂ ਇਹ ਖੇਡ ਖੇਡਦੀਆਂ ਹਨ। ਸੋ ਬੇਟਾ ਇਹਦੀ ਨਿਸ਼ਚਿਤ ਗਿਣਤੀ ਨਹੀਂ ਹੁੰਦੀ, ਵੈਸੇ ਘੱਟੋ ਘੱਟ 2 ਤੋਂ 3 ਜਿਹੜੀਆਂ ਲੜਕੀਆਂ ਨੇ ਇਸ ਖੇਡ ਨੂੰ ਰਲ ਕੇ ਖੇਡਦੀਆਂ ਹਨ। ਪ੍ਰਸ਼ਨ ਨੰਬਰ ਸੱਸਾ, ਕੁੜੀਆਂ ਥਾਲ ਦੀ ਖੇਡ ਖੇਡਣ ਵੇਲੇ ਕਿਹੜੇ ਰਿਸ਼ਤਿਆਂ ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ? ਹੁਣ ਬੇਟਾ ਜਿਹੜੀਆਂ ਨੌਜਵਾਨ ਇਹ ਕੁੜੀਆਂ ਨੇ, ਉਹ ਜਦੋਂ ਇਹ ਬਾਲ ਖੇਡ ਥਾਲ ਖੇਡਦੀਆਂ ਹਨ ਤਾਂ ਕਿਹੜੇ ਰਿਸ਼ਤਿਆਂ ਦਾ ਜ਼ਿਕਰ ਕਰਦੀਆਂ ਹਨ? ਜਿਵੇਂ ਕਿ ਕੁੜੀਆਂ ਥਾਲ ਦੀ ਖੇਡ ਖੇਡਣ ਵੇਲੇ ਆਪਣੇ ਮਾਂ-ਬਾਪ, ਭੈਣ ਭਰਾ ਅਤੇ ਭਰਜਾਈਆਂ ਦੇ ਰਿਸ਼ਤਿਆਂ ਦੀ ਵਾਰ-ਵਾਰ ਗੱਲ ਕਰਦੀਆਂ ਹਨ ਜਾਂ ਇਹਨਾਂ ਰਿਸ਼ਤਿਆਂ ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ। ਇਸ ਖੇਡ ਵਿੱਚ ਜਿੱਤ ਹਾਰ ਕਿਵੇਂ ਹੁੰਦੀ ਹੈ? ਉੱਤਰ ਹੈ ਸਾਰੀਆਂ ਕੁੜੀਆਂ ਵਾਰੀ-ਵਾਰੀ ਥਾਲ ਪਾਉਂਦੀਆਂ ਹਨ। ਜਿਸ ਕੁੜੀ ਨੇ ਸਭ ਤੋਂ ਵੱਧ ਥਾਲ ਪਾਏ ਹੋਣ ਉਸ ਨੂੰ ਜੇਤੂ ਮੰਨਿਆ ਜਾਂਦਾ ਹੈ। ਸੋ ਬੇਟਾ ਜਦੋਂ ਗੇਂਦ ਭੜਕਾਉਂਦੀਆਂ ਨੇ ਕੁੜੀਆਂ ਹੱਥ ਦੇ ਉੱਪਰ ਅਤੇ ਥਾਲ ਪਾਉਂਦੀਆਂ ਨੇ, ਉਹ ਥਾਲ ਜਿਹੜਾ ਤੁਹਾਨੂੰ ਜਦੋਂ ਆਪਾਂ ਚੈਪਟਰ ਪੜ੍ਹਿਆ ਸੀ ਬੇਟਾ ਉਹਦੇ ਵਿੱਚ ਵਾਰ-ਵਾਰ ਬੋਲ ਕੇ ਦਿਖਾਏ ਗਏ ਸੀ, ਥਾਲ ਦੇ ਬੋਲ ਅਤੇ ਨੀਚੇ ਵੀ ਹਨ, ਅਤੇ ਉਸ ਨੂੰ ਪਾਉਂਦੀਆਂ ਹੋਈਆਂ ਗੇਂਦ ਨੂੰ ਭੜਕਾਉਂਦੀਆਂ ਹਨ। ਅਤੇ ਜਿਹੜੀ ਕੁੜੀ ਸਭ ਤੋਂ ਵੱਧ ਵਾਰ ਗੇਂਦ ਨੂੰ ਭੜਕਾਉਂਦੀ ਹੈ ਅਤੇ ਥਾਲ ਪਾਉਂਦੀ ਹੈ ਅਤੇ ਉਸ ਕੁੜੀ ਨੂੰ ਜਦੋਂ ਅਕਾਊਂਟਿੰਗ ਕੀਤੀ ਜਾਂਦੀ ਹੈ ਕਿ ਸਭ ਤੋਂ ਵੱਧ ਥਾਲ ਕਿਸ ਨੇ ਪਾਏ, ਤਾਂ ਜਿਸ ਲੜਕੀ ਦੀ ਗਿਣਤੀ ਦੇ ਵਿੱਚ ਸਭ ਤੋਂ ਵੱਧ ਸਕੋਰ ਹੁੰਦੇ ਨੇ ਜਾਂ ਗਿਣਤੀ ਸਭ ਤੋਂ ਵੱਧ ਹੁੰਦੀ ਹੈ ਥਾਲਾਂ ਦੀ, ਉਸ ਨੂੰ ਜੇਤੂ ਸਮਝ ਲਿਆ ਜਾਂਦਾ ਹੈ। ਅੱਗੇ ਬੇਟਾ ਇਸ ਪਾਠ ਵਿੱਚ ਆਏ ਪਹਿਲੇ ਥਾਲ ਦੇ ਬੋਲ ਕੀ ਹਨ? ਪਹਿਲਾ ਥਾਲ ਕੀ ਹੈ ਜਿਹੜਾ ਪਾਇਆ? ਥਾਲ ਥਾਲ ਥਾਲ, ਮਾਂ ਮੇਰੀ ਦੇ ਲੰਮੇ ਵਾਲ, ਪਿਓ ਮੇਰਾ ਸਾਹੂਕਾਰ, ਸਾਹੂਕਾਰ ਨੇ ਬਾਗ ਲਵਾਇਆ, ਅੰਦਰੋਂ ਪਾਣੀ ਰੁੜਦਾ ਆਇਆ, ਰੁੜ ਰੁੜ ਪਾਣੀਆਂ, ਸੁਰਮੇ ਦਾਨੀਆਂ, ਸੁਰਮਾ ਪਾਵਾਂ, ਕੱਜਲ ਪਾਵਾਂ। ਇਹ ਛੋਟੇ ਬੱਚੇ ਬੇਟਾ ਇੱਦਾਂ ਪੜ੍ਹਦੇ ਨੇ। ਪਾਵਾਂ ਫੁੱਲ ਗੁਲਾਬ ਦਾ, ਵੀਰਾ ਮੇਰਾ ਸਰਦਾਰ ਆਲ ਮਾਲ ਦਾ,
ਹੋਇਆ ਬੀਬੀ ਪਹਿਲਾ ਥਾਲ। ਇਸ ਤਰ੍ਹਾਂ ਜਿਹੜੀਆਂ ਲੜਕੀਆਂ ਨੇ ਛੋਟੀਆਂ ਹੁੰਦੀਆਂ ਬਚਪਨ ਦੇ ਵਿੱਚ ਇਹ ਮਿੱਠੇ ਮਿੱਠੇ ਬੋਲਾਂ ਨੂੰ ਬੋਲਦਿਆਂ ਹੋਈਆਂ ਥਾਲ ਪਾਉਂਦੀਆਂ ਹਨ। ਇੱਥੇ ਆ ਕੇ ਬੇਟਾ ਪਹਿਲਾ ਥਾਲ, ਮਤਲਬ ਕਿ ਜੇ ਇੱਥੇ ਤੱਕ ਬੱਚੇ ਨੇ ਬੋਲਤਾ ਤਾਂ 1 ਨੰਬਰ ਹੋ ਗਿਆ, ਉਹਦਾ 1 ਸਕੋਰ ਹੋ ਗਿਆ। ਇਹਦੇ ਵਿੱਚ ਬੇਟਾ ਜਿਹੜੀ ਉਹ ਗੇਂਦ ਭੜਕਾਉਂਦੇ ਨੇ ਉਹਦੀ ਵੀ ਗਿਣਤੀ ਕੀਤੀ ਜਾਂਦੀ ਹੈ। ਸੋ ਥਾਲ ਤਾਂ 1 ਹੋ ਗਿਆ, ਗੇਂਦ ਕਿੰਨੇ ਮਰਜ਼ੀ ਵਾਰ ਉਹਨਾਂ ਨੇ ਭੜਕਾ ਲਈ, ਜਾਂ ਲਾ ਲਓ ਉਹ ਥਾਲ ਉਹਨੂੰ ਸਾਰਾ ਪੂਰਾ ਆਉਂਦਾ ਬਟ ਉਹ ਗੇਂਦ ਨੀਚੇ ਡਿੱਗੀ ਤਾਂ ਆਊਟ, ਉਹਦਾ ਪਹਿਲਾ ਥਾਲ ਵੀ ਉੱਥੇ ਹੀ ਕੱਟਿਆ ਜਾਊਗਾ। ਠੀਕ ਹੈ ਬੇਟਾ, ਇਸ ਤਰ੍ਹਾਂ ਗੇਂਦ ਦੀ ਗਿਣਤੀ ਹੁੰਦੀ ਹੈ ਅਤੇ ਥਾਲਾਂ ਦੀ ਗਿਣਤੀ ਹੁੰਦੀ ਆ। ਜਿਸ ਲੜਕੀ ਨੇ ਸਭ ਤੋਂ ਵੱਧ ਥਾਲ ਪਾਏ ਹੁੰਦੇ ਹਨ ਇਹ 1 ਥਾਲ ਆ, ਮਤਲਬ ਜਿਹੜਾ ਇਹ ਪੂਰੀ ਕਵਿਤਾ ਟਾਈਪ ਆਪਾਂ ਪਹਿਰਾ ਪੜ੍ਹਿਆ ਬੇਟਾ ਇਹ 1 ਥਾਲ ਆ, ਫਿਰ ਅਗਲਾ ਥਾਲ, ਦੂਸਰਾ, ਤੀਸਰਾ, ਚੌਥਾ, ਇਸ ਤਰ੍ਹਾਂ। ਪਹਿਲਾਂ ਜਿਹੜੇ ਬੱਚੇ ਹੁੰਦੇ ਸੀ ਬੇਟਾ, ਜਿਵੇਂ ਅਸੀਂ ਪੋਇਮ ਕਹਿੰਦੇ ਹਾਂ ਨਾ, ਇਸ ਤਰ੍ਹਾਂ ਇਹ ਪੰਜਾਬੀ ਮਾਂ ਬੋਲੀ ਦੇ ਵਿੱਚ ਕਿੰਨੀ ਮਿਠਾਸ ਹੁੰਦੀ ਆ। ਬੱਚੇ ਕਿੰਨੇ ਹੀ ਫਿਕਰੇ ਆਪਣੀ ਮਾਂ ਨਾਲ, ਭੈਣ ਨਾਲ, ਵੀਰ ਨਾਲ, ਭਰਜਾਈ ਨਾਲ ਸੰਬੰਧਿਤ ਇੱਦਾਂ ਦੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਗਾਉਂਦੇ ਅਤੇ ਖੇਡਦੇ। ਬਟ ਅੱਜ ਇਹ ਜਿਹੜੀ ਥਾਲ ਖੇਡ ਆ ਲਗਭਗ ਲੋਪ ਹੋ ਚੁੱਕੀ ਆ। ਸਾਨੂੰ ਮੁੜ ਕੇ ਫਿਰ ਇਹ ਪੁਰਾਤਨ ਖੇਡਾਂ ਖੇਡਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ। ਆਓ ਇਸ ਮਤਲਬ ਪ੍ਰਸ਼ਨ ਉੱਤਰ ਵਾਲੇ ਜਿਹੜੇ ਅਸੀਂ ਇਹ ਵੀਡੀਓ ਦੇ ਵਿੱਚ ਜੁੜੇ ਹਾਂ ਇਸ ਨੂੰ ਅੱਗੇ ਤੋਂ ਸਮਝਦੇ ਹਾਂ। ਇਹ ਅਗਲਾ ਹੈ ਪ੍ਰਸ਼ਨ ਨੰਬਰ ਖੱਖਾ। ਥਾਲ ਦੇ ਬੋਲ ਕਦੋਂ ਸੁਣਾਈ ਦਿੰਦੇ ਹਨ? ਥਾਲ ਦੇ ਬੋਲ ਕਦੋਂ ਸੁਣਾਈ ਦਿੰਦੇ ਹਨ? ਉੱਤਰ ਹੈ ਪੰਜਾਬ ਦੇ ਪੇਂਡੂ ਸਕੂਲਾਂ ਵਿੱਚ ਅੱਧੀ ਛੁੱਟੀ ਵੇਲੇ ਥਾਲ ਦੇ ਬੋਲ ਸੁਣਾਈ ਦਿੰਦੇ ਹਨ। ਹੁਣ ਤਾਂ ਤੁਸੀਂ ਵੀ ਬੇਟਾ ਜਿਹੜੇ ਸਾਰੇ ਵੱਖ-ਵੱਖ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੇ, ਜਦੋਂ ਤੁਹਾਨੂੰ ਰਿਸੈਸ ਹੁੰਦੀ ਹੈ ਬੇਟਾ ਸਿਰਫ ਖਾਣਾ ਖਾਣ ਦੀ ਹੀ ਤੁਹਾਡੇ ਕੋਲ ਸਮਾਂ ਹੁੰਦਾ। ਖਾਣਾ ਖਾ ਕੇ ਹੈਂਡ ਵਾਸ਼ ਕੀਤੇ ਨਾਲ ਦੀ ਨਾਲ ਬੈਲ ਹੋ ਜਾਂਦੀ ਆ। ਪਹਿਲਾਂ ਬੇਟਾ ਘੱਟੋ ਘੱਟ ਅੱਧਾ ਪੌਣਾ ਘੰਟਾ ਬੱਚੇ ਖੇਡਦੇ, ਮਨੋਰੰਜਨ ਕਰਦੇ, ਖਾਂਦੇ ਅਤੇ ਖਾਣਾ ਖਾ ਕੇ ਉਹ ਇੱਦਾਂ ਦੀਆਂ ਜਿਹੜੀਆਂ ਸਾਡੀਆਂ ਲੋਕ ਖੇਡਾਂ ਸੀ ਉਹਨਾਂ ਨੂੰ ਖੇਡਦੇ, ਥਾਲ ਪਾਉਂਦੇ। ਬਟ ਹੁਣ ਇਹ ਸਾਰਾ ਕੁਛ ਅਲੋਪ ਹੋ ਚੁੱਕਿਆ। ਆਓ ਖਾਲੀ ਥਾਵਾਂ ਬਾਰੇ ਪੜ੍ਹਦੇ ਹਾਂ। ਊੜਾ ਹੈ ਥਾਲ ਡੈਸ਼ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਡੈਸ਼ ਤੋਂ ਭਾਵ ਖਾਲਿਸਤਾਨ। ਇੱਥੇ ਭਰਾਂਗੇ ਪੰਜਾਬੀ। ਅਸੀਂ ਫਿਰ ਪੂਰਾ ਜੋੜ ਕੇ ਪੜ੍ਹਾਂਗੇ। ਥਾਲ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਐੜਾ ਇਹ ਖੇਡ ਘਰਾਂ ਦੇ ਡੈਸ਼ ਵਿੱਚ ਖੇਡੀ ਜਾਂਦੀ ਹੈ। ਇਹਦੇ ਵਿੱਚ ਉੱਤਰ ਹੈ ਦਲਾਨਾਂ ਵਿੱਚ। ਇਹ ਖੇਡ ਘਰਾਂ ਦੇ ਦਲਾਨਾਂ ਵਿੱਚ ਖੇਡੀ ਜਾਂਦੀ ਹੈ। ਈੜੀ ਇਸ ਤੋਂ ਵੱਧ ਡੈਸ਼ ਇਹ ਖੇਡ ਖੇਡਦੀਆਂ ਹਨ। 1 ਤੋਂ ਵੱਧ। ਹੁਣ ਇਹਦੇ ਵਿੱਚ ਲਿਖਾਂਗੇ ਅਸੀਂ ਖਾਲਿਸਤਾਨ 'ਚ ਕੁੜੀਆਂ, 1 ਤੋਂ ਵੱਧ ਕੁੜੀਆਂ ਇਹ ਖੇਡ ਖੇਡਦੀਆਂ ਹਨ। ਸੱਸਾ ਜਿਸ ਕੁੜੀ ਨੇ ਸਭ ਤੋਂ ਵੱਧ ਡੈਸ਼ ਪਾਏ ਹੋਣ ਉਸ ਨੂੰ ਜੇਤੂ ਮੰਨਿਆ ਜਾਂਦਾ ਹੈ। ਹੁਣ ਇੱਥੇ ਅਸੀਂ ਭਰਾਂਗੇ ਥਾਲ। ਜਿਸ ਕੁੜੀ ਨੇ ਸਭ ਤੋਂ ਵੱਧ ਥਾਲ ਪਾਏ ਹੋਣ ਉਸ ਨੂੰ ਜੇਤੂ ਮੰਨਿਆ ਜਾਂਦਾ ਹੈ। ਹਾਹਾ ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਇੱਕ ਖਾਸ ਡੈਸ਼ ਤੇ ਗਾਏ ਜਾਂਦੇ ਹਨ। ਹੁਣ ਇੱਥੇ ਬੇਟਾ ਅਸੀਂ ਭਰਨਾ ਸੁਰ ਤੇ ਤਾਲ ਵਿੱਚ। ਹੁਣ ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਇੱਕ ਖਾਸ ਸੁਰ ਤੇ ਤਾਲ 'ਤੇ ਗਾਏ ਜਾਂਦੇ ਹਨ। ਅੱਗੇ ਹੈਗਾ ਬੇਟਾ ਵਾਕਾਂ ਵਿੱਚ ਵਰਤੋ। ਪ੍ਰਸ਼ਨ ਨੰਬਰ 3 ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਮੋਹ ਮਾਂ ਦਾ ਬੱਚੇ ਨਾਲ ਮੋਹ ਹੁੰਦਾ ਹੈ। ਮੋਹ ਹੁੰਦਾ ਬੇਟਾ ਪਿਆਰ। ਦਲਾਨ ਕੁੜੀਆਂ ਦਲਾਨ ਵਿੱਚ ਖੇਡ ਰਹੀਆਂ ਸਨ। ਸੁਗੰਧੀ ਮੈਨੂੰ ਗੁਲਾਬ ਦੀ ਸੁਗੰਧੀ ਬਹੁਤ ਚੰਗੀ ਲੱਗਦੀ ਹੈ। ਮਨੋਰੰਜਨ ਕਹਾਣੀਆਂ ਸਾਡਾ ਮਨੋਰੰਜਨ ਕਰਦੀਆਂ ਹਨ। ਦਿਲਚਸਪ ਅੱਜ ਦਾਦੀ ਨੇ ਮੈਨੂੰ ਬੜੀ ਦਿਲਚਸਪ ਕਹਾਣੀ ਸੁਣਾਈ। ਉਤਸੁਕਤਾ ਬੱਚੇ ਬਹੁਤ ਉਤਸੁਕਤਾ ਨਾਲ ਸਕੂਲ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ। ਅੱਗੇ ਹੈ ਅਡੋਲ ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ 'ਤੇ ਬੈਠ ਕੇ ਵੀ ਅਡੋਲ ਰਹੇ। ਅਡੋਲ ਤੋਂ ਭਾਵ ਹੁੰਦਾ ਜੋ ਨਾ ਡੋਲਣ। ਸੋ ਇਹ ਸਨ ਬੇਟਾ ਤੁਹਾਡੇ ਇਸ ਪਾਠ ਨਾਲ ਸੰਬੰਧਿਤ ਕੁਝ ਵਾਕ ਉੱਪਰ ਖਾਲਿਸਤਾਨ ਅਤੇ ਪ੍ਰਸ਼ਨ ਉੱਤਰ। ਸੋ ਉਮੀਦ ਕਰਦੇ ਹਾਂ ਸਾਥੀਆਂ ਨੂੰ ਇਹ ਚੈਪਟਰ ਜਦੋਂ ਪੜ੍ਹਿਆ ਸੀ ਉਦੋਂ ਵੀ ਸਮਝ ਆਇਆ ਹੋਵੇਗਾ ਅਤੇ ਇਸ ਦੇ ਪ੍ਰਸ਼ਨ ਉੱਤਰ ਵੀ ਤੁਹਾਨੂੰ ਬਾਖੂਬ ਚੰਗੇ ਲੱਗੇ ਹੋਣਗੇ। ਸੋ ਬੇਟਾ ਇਹਨਾਂ ਪ੍ਰਸ਼ਨਾਂ ਦੀ ਹੋਰ ਬਰੀਕੀ ਨਾਲ ਜਾਣਕਾਰੀ ਚਾਹੁੰਦੇ ਹੋ ਤਾਂ ਆਪਣੀ ਪਾਠ ਪੁਸਤਕ ਵਿੱਚ ਪਾਠ ਨੰਬਰ 9 ਥਾਲ ਨੂੰ ਇੱਕ ਵਾਰ ਜ਼ਰੂਰ ਪੜ੍ਹਨਾ। ਸੋ ਪ੍ਰਸ਼ਨ ਉੱਤਰਾਂ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ।